Good afternoon, students. Welcome into math class. So let us start the class. Subject है अपना math, class 10+2, and our today's topic is vector and Cartesian form. So आज ਦਾ अपना topic है जी vector ਤੇ Cartesian form ਆਪਾਂ स्ट्रेट लाइन ਦੀ करनी है. सो ਆਪਾਂ ਵੈਕਟਰ ਇਕੁਏਸ਼ਨ ਲਿਖਦੇ ਹਾਂ ਜੀ. ਵੈਕਟਰ ਇਕੁਏਸ਼ਨ ਆਫ ਅ ਲਾਈਨ. ਵੈਕਟਰ ਇਕੁਏਸ਼ਨ ਆਫ ਅ ਲਾਈਨ ਹੈ ਜਦੋਂ ਕੀ ਹੈ ਜੀ ਆਪਣੇ ਕੋਲ, ਤਾਂ ਆਪਾਂ ਲਿਖਦੇ ਹਾਂ ਵੈਕਟਰ ਇਕੁਏਸ਼ਨ ਆਫ ਲਾਈਨ ਪਾਸਿੰਗ ਥਰੂ ਵਨ ਪੁਆਇੰਟ ਦਿੱਤਾ ਜੀ ਆਪਣੇ ਕੋਲ. ਠੀਕ ਹੈ ਜੀ, ਪਾਸਿੰਗ ਥਰੂ ਆ ਪੁਆਇੰਟ, ਇੱਕ ਪੁਆਇੰਟ ਦੇ ਵਿੱਚੋਂ ਪਾਸ ਕਰਦੀ ਮੈਨੂੰ ਪੁਆਇੰਟ ਐਂਡ ਪੈਰਲਲ ਟੂ ਵੈਕਟਰ ਐਮ ਦੇ ਕੀ ਜੀ ਪੈਰਲਲ ਹੈ. ਤਾਂ ਇਹਦੀ ਵੈਕਟਰ ਇਕੁਏਸ਼ਨ ਕੀ ਬਣ ਜੂਗੀ ਜੀ, ਆਰ ਵੈਕਟਰ ਕਿਹਦੀ ਇਕੁਅਲ ਆ ਜੂਗੀ, ਏ ਵੈਕਟਰ ਪਲੱਸ ਲੈਮਡਾ ਐਮ ਵੈਕਟਰ ਦੇ. ਲੈਮਡਾ ਕੀ ਇੱਥੇ ਇੱਕ ਕੌਂਸਟੈਂਟ ਹੈ. ਇਹ ਰਿਕੁਆਇਰਡ ਇਕੁਏਸ਼ਨ ਜਦੋਂ 1 ਪੁਆਇੰਟ ਵਿੱਚੋਂ ਵੀ ਪਾਸ ਕਰਦੀ ਹੈ. ਜੇ ਇਹੀ 2 ਪੁਆਇੰਟ ਵਿੱਚੋਂ ਵੀ ਪਾਸ ਕਰਦੀ ਹੈ, ਵੈਨ ਪਾਸਿੰਗ ਥਰੂ 2 ਪੁਆਇੰਟਸ, ਜਦੋਂ 2 ਪੁਆਇੰਟਾਂ ਵਿੱਚੋਂ ਦੀ ਪਾਸ ਕਰਦੀ ਹੈ, ਵੈਨ ਪਾਸਿੰਗ ਥਰੂ 2 ਪੁਆਇੰਟਸ, ਜਦੋਂ 2 ਪੁਆਇੰਟਾਂ ਵਿੱਚੋਂ ਦੀ ਪਾਸ ਕਰੂਗੀ ਤਾਂ ਉਹ ਕੀ ਆ ਜੂਗੀ ਆਪਣੇ ਕੋਲ, ਆਰ ਵੈਕਟਰ ਏ ਵੈਕਟਰ ਪਲੱਸ ਲੈਮਡਾ ਬੀ ਵੈਕਟਰ ਮਾਈਨਸ ਏ ਵੈਕਟਰ. ਤਾਂ ਆਪਣੇ ਕੋਲ ਇਕੁਏਸ਼ਨ ਇਹ ਬਣੂਗੀ ਜਦੋਂ 2 ਪੁਆਇੰਟਾਂ ਵਿੱਚੋਂ ਪਾਸ ਕਰਦੀ ਹੈ. ਜੇ ਹੁਣ ਆਪਾਂ ਜੀ ਕਾਰਟੀਜ਼ੀਅਨ ਇਕੁਏਸ਼ਨ ਬਣਾਉਣਾ ਚਾਹੀਏ, ਦੇਖੋ ਕਾਰਟੀਜ਼ੀਅਨ ਇਕੁਏਸ਼ਨ ਕੀ ਬਣੂ ਇਹਦੀ ਫਸਟ ਦੀ, ਜੇ ਕਾਰਟੀਜ਼ੀਅਨ ਫਾਰਮ ਲਿਖਦੇ ਆਪਾਂ ਇਹਦੀ ਕਾਰਟੀਜ਼ੀਅਨ ਫਾਰਮ, ਉਹ ਕੀ ਹੁੰਦੇ ਜੀ ਐਕਸ ਮਾਈਨਸ x1 ਅਪੋਨ ਏ, ਵਾਈ ਮਾਈਨਸ y1 ਅਪੋਨ ਬੀ, ਠੀਕ ਹੈ, ਇਕਲ ਟੂ ਜ਼ੈਡ ਮਾਈਨਸ z1 ਅਪੋਨ ਸੀ. ਠੀਕ ਹੈ ਜੀ, ਇੱਥੇ ਏ ਬੀ ਸੀ ਕੀ ਨੇ, ਏ ਬੀ ਸੀ ਆਰ ਡਾਇਰੈਕਸ਼ਨ ਰੇਸ਼ੋਜ਼. ਇਹ ਕੀ ਨੇ ਇੱਥੇ ਜੀ ਡਾਇਰੈਕਸ਼ਨ ਰੇਸ਼ੋ ਨੇ ਇਹ. ਸੋ ਇਹ ਆਪਣੇ ਕੋਲ ਕੀ ਹੋ ਗਈਆਂ ਜੀ ਇਹਦੀਆਂ ਡਾਇਰੈਕਸ਼ਨ ਰੇਸ਼ੋਜ਼ ਹੋ ਗਈਆਂ. ਠੀਕ ਹੈ, ਇਹ ਕੀ ਹੋ ਗਈਆਂ ਡਾਇਰੈਕਸ਼ਨ ਰੇਸ਼ੋਜ਼ ਹੋ ਗਈਆਂ ਆਪਣੇ ਕੋਲ. ਸੋ ਆਪਾਂ ਹੁਣ ਅੱਗੇ ਫਾਈਂਡ ਕਰਦੇ ਹਾਂ ਇਹਨਾਂ ਦੀਆਂ. ਜੇ ਆਪਾਂ ਨੂੰ ਕੋਈ ਵੀ ਲਾਈਨ ਦਿੱਤੀਆਂ ਨੇ ਤਾਂ ਉਹਨੂੰ ਕਾਰਟੀਜ਼ੀਅਨ ਫਾਰਮ ਦੇ ਵਿੱਚ ਲਿਖਣਾ ਜਾਂ ਵੈਕਟਰ ਫਾਰਮ ਦੇ ਲਿਖਣਾ. ਜੇ ਫਸਟ ਸਮ ਹੈ ਜੀ ਆਪਣੇ ਕੋਲ ਰਾਈਟ ਵੈਕਟਰ ਇਕੁਏਸ਼ਨ, ਇਹਦੀ ਵੈਕਟਰ ਇਕੁਏਸ਼ਨ ਲਿਖਣੀ ਹੈ ਜੀ. ਵੈਕਟਰ ਇਕੁਏਸ਼ਨ ਕਿਹੜੀ ਦੀ, ਐਕਸ ਮਾਈਨਸ 5 ਅਪੋਨ 3 ਵਾਈ ਪਲੱਸ 4 ਅਪੋਨ 7 ਐਂਡ ਜ਼ੈਡ ਮਾਈਨਸ 6 ਮਾਈਨਸ ਜ਼ੈਡ ਅਪੋਨ 2. ਫਸਟ ਇਹਨੂੰ ਆਪਾਂ ਰਾਈਟ ਫਾਰਮ ਦੇ ਵਿੱਚ ਲਿਖਦੇ ਹਾਂ ਸਟੈਂਡਰਡ ਫਾਰਮ ਦੇ ਵਿੱਚ. ਠੀਕ ਹੈ ਜੀ, ਸੋ ਇਹਨੂੰ ਆਪਾਂ ਕਿਸ ਤਰ੍ਹਾਂ ਲਿਖਣਾ ਜੀ, ਦੇਖੋ ਐਕਸ ਮਾਈਨਸ 5 ਓਵਰ 3 ਤਾਂ ਠੀਕ ਹੈ ਕਿਉਂਕਿ ਐਕਸ ਮਾਈਨਸ x1 ਹੁੰਦਾ. ਵਾਈ ਮਾਈਨਸ, ਦੇਖੋ ਮਾਈਨਸ 4 ਆ ਜੀ ਇੱਥੇ ਸੇਮ ਫਾਰਮੈਟ 'ਚ ਲਿਖਣਾ ਜਿਵੇਂ ਇੱਥੇ ਆ ਅਪੋਨ ਬੀ 7 ਆ ਗਏ ਜੀ. ਇੱਥੇ 6 ਮੂਹਰੇ ਹੈ, 6 ਮੂਹਰੇ ਨਹੀਂ ਚਾਹੀਦਾ ਆਪਣੇ ਕੋਲ. ਸੋ ਆਪਾਂ ਜਦੋਂ ਮਾਈਨਸ ਕਾਮਨ ਕਰ ਲਓ ਜੀ, ਮਾਈਨਸ ਇੱਥੇ 2 ਲਾ ਦਾਂਗੇ, ਜਿਹੜਾ ਮਾਈਨਸ ਇਹਦੇ ਮੂਹਰੇ ਲਾਤਾ ਇਹ ਆ ਜੂਗਾ ਜ਼ੈਡ ਮਾਈਨਸ 6. ਠੀਕ ਹੈ ਜੀ, ਹੁਣ ਪੁਆਇੰਟ ਬਣ ਗਿਆ ਆਪਣੇ ਕੋਲ x1 y1 z1 ਬਣ ਗਿਆ, ਆਓਗੇ ਏ ਬੀ ਸੀ ਹੋ ਗਏ. ਸੋ ਇਹਦੀ ਵੈਕਟਰ ਇਕੁਏਸ਼ਨ ਕੀ ਆ ਜੀ, ਸੋ ਦੇਅਰਫੋਰ ਵੈਕਟਰ ਇਕੁਏਸ਼ਨ ਕੀ ਆ ਗਈ ਜੀ, ਵੈਕਟਰ ਇਕੁਏਸ਼ਨ ਇਜ਼, ਉਹ ਕੀ ਆ ਗਈ ਆਪਣੇ ਕੋਲ, ਦੇਖੋ ਆਰ ਵੈਕਟਰ ਕਿਹਦੇ ਇਕੁਅਲ ਹੁੰਦਾ ਜੀ, ਪੁਆਇੰਟ x1 y1 ਉਹ ਇੱਥੇ ਲਿਖਣੇ ਨੇ ਆਪਾਂ, x1 ਨਾਲ ਦੇਣਾ. ਠੀਕ ਹੈ ਜੀ, ਆਈ ਕੈਪ ਡਾਇਰੈਕਸ਼ਨ ਆਪਣੇ ਕੋਲ ਜੁਆਇੰਟ ਵੈਕਟਰ ਹੈ, ਮਾਈਨਸ 4 ਜੇ ਕੈਪ ਪਲੱਸ ਜ਼ੈਡ ਕੀ ਕੈਪ 6 ਦੀ ਵੈਲੂ, ਕਿਉਂਕਿ ਜ਼ੈਡ ਦੀ ਵੈਲੂ ਕੀ ਸੀ. ਠੀਕ ਹੈ ਜੀ, x1 y1 z1 ਉਹ ਪੁਆਇੰਟ ਇੱਥੇ ਪੁੱਟ ਕਰ ਦੇਣੇ ਨੇ, ਪੁਆਇੰਟ ਪੁੱਟ ਕਰਤੇ ਜੀ. ਪਲੱਸ ਕੀ ਹੁੰਦਾ ਇਹਦੇ ਵਿੱਚ, ਪਲੱਸ ਲੈਮਡਾ, ਆਪਾਂ ਆਪਦੇ ਕੋਲ ਰੱਖ ਦਿੰਦੇ ਹਮੇਸ਼ਾ ਲੈਮਡਾ, ਲੈਮਡਾ ਇੰਟੂ A1 ਏ ਕੈਪ ਪਲੱਸ ਬੀ, ਉਹਦੇ ਬਾਅਦ ਇਹ ਆਈ ਕੈਪ ਹੋ ਗਿਆ, ਇੱਥੇ ਕੀ ਜੇ ਕੈਪ, ਅਤੇ ਥਰਡ 'ਤੇ ਕੀ ਜੀ ਮਾਈਨਸ 2 ਆਉਂਦਾ ਤਾਂ ਮਾਈਨਸ 2 ਕੀ ਕੈਪ, ਦੈਟ ਦਾ
और रिक्वायर्ड वैक्टर इक्वेशन, तो अपने को रिक्वायर्ड वैक्टर इक्वेशन इस तरह बन गई अपने को। ठीक है जी। ਅੱਗੇ ਆਪਾਂ ਨੂੰ ਵੈਕਟਰ ਇਕੁਏਸ਼ਨ ਦਿੱਤੀ, ਆਪਣੇ ਕੋਲ ਕਾਰਟੇशियन ਇਕੁਏਸ਼ਨ ਦਿੱਤੀ ਹੈ ਜੀ, ਉਹਦੇ ਡਾਇਰੈਕਸ਼ਨ ਕੋਸਾਈਨ ਫਾਈਂਡ ਕਰਨੇ ਆਪਾਂ, ਜਿਵੇਂ ਸਮ ਨੰਬਰ ਸੀ ਨਾ, ਫਾਈਂਡ ਡਾਇਰੈਕਸ਼ਨ ਕੋਸਾइंस ऑफ लाइन। डायरेक्शन कोसाइन फाइंड करनी है आप लाइन दे, देखो कि लाइन की अपने को, तो सोल्यूशन तो लाइन देख लो, द गिवन लाइन लिख लो पहले आप, द गिवन लाइन इज, लाइन की सी अपने को देखो 2x प्लस 5/2 इक्वल टू 3 माइनस 2y अपॉन 3z प्लस 1/4 है जी। ये अपने को लाइन की इक्वेशन है। ठीक है जी। सो ये इक्वेशन की अपने को एक लाइन की इक्वेशन है। ठीक है, अगे आप इन्हू सॉल्व करना जी। तो सब तो पहले इन्हू सिंपल सही फार्मेट से लिख लीजिए आप, एक्स, क्योंकि अपन कल एक्स चाहिए जी, तो अपना की है 2 नाल उपर भी डिवाइड करिए, 2 नाल नीचे भी डिवाइड करिए, न्यूमिनेटर भी डिनोमिनेटर, तो इतने एक्स रह गया, इतने की बन गई देखो माइनस 5/2, थले कितना रह जूगा 1, इतने की है वाई अगे चाहिए नाले, तो 2 ना फिर डिवाइड करता, -2 नाल डिवाइड कर लो जी अपने को, ये की बन जूगा जी वाई -3/2, इतने भी कितना हो जाएगा -3/2 आ गया जी। इतने थर्ड की है, इतने Z है जी, आपू 3Z चाहिए, 3Z अपन Z चाहिए, 3 ना डिवाइड कर लो जी, इतने प्लस है। सो नैक्सट आ जी अपने को जो Z -1/3 कर लेंगे आप। ठीक है जी, तो थले कितना आ जाऊगा 4/3। ठीक है जी, तो थले अपने को 4/3 आ गया। तो ये डायरेक्शन रेशो की आ गया अपने को, इट मीन इट इज़ डायरेक्शन रेशो जार, डायरेक्शन रेशो की आ गया जी, देखो की आ गई 1, -3/2, 4/3, ये की आ गया अपने को डायरेक्शन रेशो आ गई। जाइनो आप किमें लिख सकते हैं, दैट इज़ सारे क्या 6 ना मल्टीप्लाई कर दी आप, आ जाऊगा 6। ठीक है जी, इतने आ -9, इतने आ जाऊगा 8। सो डायरेक्शन रेशो आ गई। तो डायरेक्शन रेशो तो डायरेक्शन कोसाइन करना बहुत ईजी है। तो की करेंगे आप 6 ओवर के ना जी सारे मोड जी, 6 रखे 36 प्लस 81 प्लस 64 181 आ जाऊगा। अगे माइनस अंडर 181, नैक्सट की 8 ओवर 181, ये की है गई अपने को डायरेक्शन कोसाइन जा गया अपने को, जो आप डायरेक्शन कोसाइन फाइंड करने ने, सो आप इस तरह फाइंड कर सकते हैं। नैक्सट सामने की है अपने को फाइंड द इक्वेशन ऑफ लाइन, इक्वेशन दी लाइन फाइंड करनी, इक्वेशन ऑफ लाइन फाइंड करनी है। इक्वेशन ऑफ लाइन कितने की जी, जी की है पासिस थ्रू कि पॉइंट विचों पास कर दिए, पासिस थ्रू 1, -2, 3 एंड पैरेलल टू, अगे पैरेलल टू देती है कि पैरेलल टू वैक्टर दी आई कैप प्लस 2j कैप प्लस माइनस के कैप के पैरेलल है। हम देखो स्टूडेंट पॉइंट तो पास करवा देना आप, तो इक्वेशन ऑफ लाइन की बनती होंगी, देखो द इक्वेशन ऑफ लाइन, जो आप इक्वेशन ऑफ दी वैक्टर इक्वेशन लिखीए तो वो की होंगी अपने को आर वैक्टर इक्वल टू ए वैक्टर प्लस लैम्डा एम वैक्टर। ठीक है जी, आर वैक्टर में रख लिया, ए दी पॉइंट की अपने को ए होंगे पॉइंट, तो पॉइंट की हो गया सीधा जी, देखो आई कैप 1 है -2j कैप प्लस के कैप 3 है, तो 3 लावे सॉरी 3k कैप प्लस लैम्डा इंटू के जो जी जिसे पैरेलल है आई कैप प्लस 2j माइनस के कैप। सिमिलरली बस एज इट रख देना, दैट इज द रिक्वायर्ड इक्वेशन आ गई अपने को। ठीक है जी, जो पैरेलल है तो डायरेक्ट ही ला देनी रिजल्ट। देखो जी अपने को लगे 4th क्वेश्चन है, फाइंड द इक्वेशन ऑफ
ਵੈਕਟਰ ਇਕੁਏਸ਼ਨ ਆਫ ਦ ਲਾਈਨ ਕੱਢਣੀ ਆਪਾਂ। ਥਰੂ ਦਾ ਪॉइंट ਹੈ 4,3,-1 ਐਂਡ ਪੈਰਲਲ ਟੂ ਦ ਲਾਈਨ ਪੈਰਲਲ ਕਿਹੜੀ ਹੈ ਆ ਰਹੀ ਹੈ 2i + -j + 3k + ਲੈਮਡਾ 3i - j + 4k। ਹੁਣ ਇਕੁਏਸ਼ਨ ਆਫ ਲਾਈਨ ਕੀ ਹੋ ਜੀ, ਦੇਖੋ ਜੀ ਪॉइंट ਸੀ ਆਪਣੇ ਕੋਲ, पॉइंट ਪਾਸ ਕਰਵਾ ਦਿਓ 4i + 3j - k + ਲੈਮਡਾ। ਲਾਈਨ ਦੇ ਪੈਰਲਲ ਹੈ ਤਾਂ ਪਿਛਲੀ ਵੈਲਿਊ ਤਾਂ ਸੇਮ dr ਤਾਂ ਉਹਦੀਆਂ ਸੇਮ ਹੋਣਗੇ ਕਿਉਂਕਿ ਲਾਈਨ ਪੈਰਲਲ ਹੈ, ਤਾਂ ਲੈਮਡਾ ਤੋਂ ਲੈ ਕੇ ਸਾਰੀ ਇਕੁਏਸ਼ਨ सेम एज इट लिखती जी 3i - j + 4k। नैक्सट की है जी अपने फाइंड द इक्वेशन ऑफ द लाइन पासिंग थ्रू द पॉइंट, एक पॉइंट ਵਿੱਚੋਂ पास करता एंड पैरेलल टू द लाइन ज्वाइनिंग द पॉइंट। आ दो पॉइंटा मिल के की है जी अपन को लाइन बनती है। ਹੁਣ ਆਪਾਂ BC ਦੇ ਡਾਇਰੈਕਸ਼ਨ ਰੇਸ਼ੋ ਕਰ ਲਓ ਪਹਿਲਾਂ ਡਾਇਰੈਕਟਲੀ, ਲਾਈਨ ਦੀ ਇਕੁਏਸ਼ਨ ਨਹੀਂ ਫਾਈਂਡ ਕਰਨੀ ਆਪਾਂ ਡਾਇਰੈਕਟਲੀ ਇਹਦੀ ਕੀ ਕਰ ਲਈ ਜੀ ਡਾਇਰੈਕਸ਼ਨ ਰੇਸ਼ੋ ਜੀ। ਸੋ ਡਾਇਰੈਕਸ਼ਨ ਰੇਸ਼ੋ ਆਫ BC आर कितने हो गए अपने को, देखो 1 - 1 +1 गया 2 - 4 2 - 1 ये आ गई 2 - 2 1 ਤਾਂ ਡਾਇਰੈਕਸ਼ਨ ਰੇਸ਼ੋ ਆ ਗਈ ਜੀ ਆਪਣੇ ਕੋਲ। ਕਿਹੜੇ ਪੁਆਇੰਟ ਵਿੱਚੋਂ ਵੀ ਪਾਸ ਕਰਦੀ ਹੈ 2 - 1 ਤੇ 1 ਵਿੱਚੋਂ ਵੀ ਪਾਸ ਕਰਦੀ ਹੈ। ਪੈਰਲਲ ਲਾਈਨ ਕਿਹਦੇ ਸੀ BC ਦੇ। ਸੋ ਆਰ ਵੈਕਟਰ ਇਕੁਏਸ਼ਨ ਕੀ ਹੈਗੀ R = a ਵੈਕਟਰ ਪਲੱਸ ਲੈਮਡਾ m ਵੈਕਟਰ। ਤਾਂ ਪੁਆਇੰਟ ਪਾਸ ਕਰਵਾਤਾ ਜੀ 2i - j + k ਜੋ ਆ ਪੁਆਇੰਟ ਹੈ A ਪੁਆਇੰਟ ਵਿੱਚੋਂ ਪਾਸ ਕਰਵਾਤਾ ਪਲੱਸ ਲੈਮਡਾ ਆ ਡਾਇਰੈਕਸ਼ਨ ਰੇਸ਼ੋ ਸੀ ਆਪਣੇ ਕੋਲ 2i - 2k + k। ਸੋ ਇਹ ਕੀ ਹੋਈ ਆਪਣੇ ਕੋਲ ਇਕੁਏਸ਼ਨ ਆਫ ਦਾ ਲਾइन बन गई अपने को जी आप फाइंड करनी सी। अगला सम की जी फाइंड द वैक्टर ने कार्टेशियन इक्वेशन ऑफ द लाइन पासिंग थ्रू द पॉइंट। दो पॉइंटा भी पास करते हैं, वैक्टर इक्वेशन भी करनी है तो कार्टेशियन इक्वेशन भी करनी है। लैट आप A तो B पोजीशन वैक्टर मान ली जी A तो B पॉइंट दे, ठीक है। तो A की हो गया 3i - 2j + 5k। A की बन गया जी B वैक्टर है 3i कैप - 2j कैप + 3k कैप। तो B - A पोजीशन वैक्टर करता ਆਪਾਂ ਇਹ ਕਰਨਾ ਜੋ ਆਪਾਂ B - k ਕਰ ਲਓ, ਇਹਦੇ ਵਿੱਚੋਂ 3 - 3 0 ਹੋ ਗਿਆ 2 - ਦਾ ਪਲੱਸ ਦਾ ਬਣਦਾ 0 ਹੋ ਜੂਗਾ, ਆਹ ਕੀ ਹੋ ਜੂਗਾ ਪਲੱਸ ਦਾ ਬਣ ਜੂ 11k ਬਣ ਜੂ। ਤਾਂ RK ਹੋ ਗਿਆ ਇਕੱਲਾ 11। ਤਾਂ ਵੈਕਟਰ ਇਕੁਏਸ਼ਨ ਕੀ ਸੀ ਆਪਣੇ ਕੋਲ 2 ਪੁਆਇੰਟ ਦੀ, ਉਹ ਹੁੰਦੀ ਆ R ਵੈਕਟਰ = A ਵੈਕਟਰ, ਠੀਕ ਹੈ ਪਲੱਸ ਲੈਮਡਾ B ਵੈਕਟਰ - A ਵੈਕਟਰ। ਤਾਂ R ਵੈਕਟਰ ਦੇ ਪਹਿਲੀ ਦਿੱਤੀ ਆਪਣੇ ਕੋਲ 3i - 2j - 5k + ਲੈਮਡਾ × 4k। ਸੋ ਇਹ ਕੀ ਬਣ ਗਈ ਸੀ ਜੀ ਆਪਣੇ ਕੋਲ ਵੈਕਟਰ ਫਾਰਮ ਹੈ। ਸੋ ਆਰ ਨੂੰ ਕਿਵੇਂ ਲਿਖ ਸਕਦੇ ਆਪਾਂ x कैप + y j कैप + zk 3i + ਤਾਂ ਲਿਖਤਾ k ਵਾਲੇ ਅਲੱਗ ਕਰ ਲਏ, k ਵਾਲੇ ਇਕੱਠੇ ਕਰਤੇ ਇਹਨਾਂ ਵਿੱਚੋਂ, ਠੀਕ ਹੈ। 11 ਲੈਮਡਾ - 5 ਬਣਦਾ ਸੀ, k ਕਾਮਨ ਕਰ ਲਏ ਇਹਨਾਂ ਵਿੱਚੋਂ। ਸੋ ਇੱਥੋਂ x y ਦੀ ਵੈਲਿਊ ਕਰਨੀ ਹੈ, x ਦੀ ਵੈਲਿਊ 3 ਹੈ, y ਦੀ -2 ਹੈ, z ਦੀ ਵੈਲਿਊ ਕਿੰਨੀ ਹੈਗੀ 11 ਲੈਮਡਾ -5, ਠੀਕ ਹੈ ਜੀ। ये तो वैल्यू आ गई अपने को 11 ਲੈਮਡਾ ਵਾਲੀਆਂ, ਠੀਕ ਹੈ ਜੀ। एक्स वाई जेड ਦੀਆਂ ਵੈਲਿਊ ਕੱਢ ਲਈਏ, ਉਹ ਪੁੱਟ ਕਰਤੀਆਂ x - x1 y - y1 z - z1। ਹੁਣ ਇਹਦੀ ਵੈਲਿਊ ਕਿੰਨੀ ਹੈਗੀ ਜੀ 5 ਪੁੱਟ ਕਰਾਂਗੇ ਆਪਾਂ, ਠੀਕ ਹੈ ਕਿਉਂਕਿ ਆਹ ਲੈਮਡਾ ਨੇ ਜੋ ਮਲਟੀਪਲਾਈ ਉਹ ਤਾਂ ਕੀ ਹੈ ਡਾਇਰੈਕਸ਼ਨ ਰੇਸ਼ੋ ਹੈ, ਇਹਦੇ ਉੱਪਰ ਵੀ 0 ਹੈ, ਇਹਦੇ ਉੱਪਰ ਵੀ 0 11। ਸੋ ਇਸ ਤਰ੍ਹਾਂ ਆਪਾਂ ਸਮ ਸੋਲਵ ਕਰ ਸਕਦੇ ਹਾਂ। ਸੋ ਆਈ ਹੋਪ ਸਟੂਡੈਂਟ ਤੁਹਾਨੂੰ ਸਭ ਨੂੰ ਸਮਝ ਆਇਆ ਹੋਵੇਗਾ, ਪਰ ਫਿਰ ਵੀ ਜੇ ਕਿਸੇ ਸਟੂਡੈਂਟ ਨੂੰ ਕੋਈ ਡਾਊਟ ਹੈ ਤਾਂ ਉਹਨੂੰ ਕਾਲ ਜਾਂ ਮੈਸੇਜ ਕਰ ਸਕਦੇ। ਥੈਂਕਸ।